ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਆਪਣੇ +1 ਦੇ ਇੰਗਲਿਸ਼ ਦੇ ਜੋ ਸੈਕੰਡ ਚੈਪਟਰ ਹੈ ਦਾ ਪੋਰਟਰੇਟ ਆਫ ਅ ਲੇਡੀ ਤੁਹਾਡੇ ਸਾਹਮਣੇ ਹੈ ਜੋ ਉਸ ਦੇ ਬਾਰੇ ਅੱਜ ਜੋ ਐਕਸਰਸਾਈਜ਼ਸ ਹਨ ਅਸੀਂ ਉਹ ਕਰਾਂਗੇ। ਪੋਰਟਰੇਟ ਆਫ ਅ ਲੇਡੀ ਖੁਸ਼ਵੰਤ ਸਿੰਘ ਜੀ ਨੇ ਲਿਖਿਆ ਹੈ ਜੋ ਕਿ ਸਾਡੇ ਇੱਕ ਇੰਡੀਅਨ ਰਾਈਟਰ ਹਨ। ਇਸ ਦੇ ਛੋਟੇ ਕੁਐਸਚਨਸ ਆਪਾਂ ਅਗਲੇ ਐਪੀਸੋਡ ਦੇ ਵਿੱਚ ਡਿਸਕਸ ਕਰਾਂਗੇ। ਅੱਜ ਜਿਹੜਾ ਆਪਾਂ ਲੈਕਚਰ ਲਗਾਇਆ ਹੈ ਇਸ ਦੇ ਵਿੱਚ ਆਪਾਂ ਇਸ ਦੇ ਜੋ ਐਕਸਰਸਾਈਜ਼ਸ ਹਨ ਉਹਨਾਂ ਨੂੰ ਡਿਸਕਸ ਕਰਾਂਗੇ। ਬੱਚਿਓ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇਹ ਹੈ ਸਾਡੀ ਟੈਕਸਟ ਬੁੱਕ ਦਾ ਪੇਜ ਨੰਬਰ 16 ਤੇ 16। ਇਸ ਦੇ ਅਸੀਂ ਸੈਕਿੰਡ ਐਕਸਰਸਾਈਜ਼ ਜੋ ਵੋਕੈਬਲਰੀ ਪ੍ਰੈਕਟਿਸ ਦੇ ਅੰਡਰ ਆਉਂਦੀਆਂ ਹਨ ਉਹਨਾਂ ਨੂੰ ਅਸੀਂ ਅੱਜ ਡਿਸਕਸ ਕਰਾਂਗੇ। ਇਸ ਦੀ ਜਿਹੜੀ ਪਹਿਲੀ ਐਕਸਰਸਾਈਜ਼ ਹੈ ਇਸ ਦੇ ਵਿੱਚ ਸਾਡੇ ਕੋਲ ਦੋ ਕਾਲਮਸ ਹਨ, A ਐਂਡ B। A ਦੇ ਨੀਚੇ ਕੁਝ ਵਰਡਸ ਹਨ, 10 ਵਰਡਸ ਹਨ ਤੇ B ਦੇ ਨੀਚੇ ਵੀ 10 ਵਰਡਸ ਹਨ, ਪਰ ਅਸੀਂ ਇਹਨਾਂ ਨੂੰ ਮਿਲਾਣਾ ਹੈ with their antonyms। now antonyms ਦਾ ਮਤਲਬ ਹੁੰਦਾ ਹੈ ਜੀ ਵਿਰੋਧੀ ਸ਼ਬਦ। ਵਿਰੋਧੀ ਸ਼ਬਦ ਤੁਸੀਂ ਪੰਜਾਬੀ ਦੇ ਵਿੱਚ ਜਾਣਦੇ ਹੀ ਹੋ ਕੀ ਹੁੰਦੇ ਹਨ। ਅੱਜ ਆਪਾਂ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਥੋੜੇ ਦੇਖਾਂਗੇ। ਇਹ ਸਾਰੇ ਵਰਡਸ ਤੁਹਾਡੇ ਇਸ ਚੈਪਟਰ ਦੇ ਵਿੱਚ ਦਾ ਪੋਰਟਰੇਟ ਆਫ ਅ ਲੇਡੀ ਦੇ ਵਿੱਚ ਆਏ ਹਨ। ਐਂਟਨੀਮਸ ਅਸੀਂ ਦੇਖਾਂਗੇ ਕਿਉਂਕਿ ਇਹ ਸਾਰੇ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੇ, ਸਾਨੂੰ ਇਹਨਾਂ ਨੂੰ ਠੀਕ ਕਰਕੇ ਲਿਖਣਾ ਪਏਗਾ। ਤਾਂ ਅਸੀਂ ਇੱਕ ਇੱਕ ਕਰਕੇ ਵਰਡ ਚੱਕਦੇ ਹਾਂ। ਸਭ ਤੋਂ ਪਹਿਲਾ ਵਰਡ ਹੈ ਜੀ ਪ੍ਰੀਟੀ। ਪ੍ਰੀਟੀ ਦਾ ਮਤਲਬ ਬੜਾ ਹੀ ਸਿੰਪਲ ਜਿਹਾ ਵਰਡ ਹੈ, ਸਾਰੇ ਜਾਣਦੇ ਨੇ। ਇਹਦਾ ਮਤਲਬ ਹੁੰਦਾ ਹੈ ਜੀ ਖੂਬਸੂਰਤ। ਤਾਂ ਨੈਚੁਰਲੀ ਪ੍ਰੀਟੀ ਦਾ ਅਸੀਂ ਫਿਰ ਜਦ ਐਂਟੋਨੀਮ ਦੇਖਾਂਗੇ ਇਹਨਾਂ ਸਾਰਿਆਂ ਚੋਂ ਦੇਖ ਕੇ ਤਾਂ ਬਿਲਕੁਲ ਲਾਸਟ ਵਾਲਾ ਸਾਨੂੰ ਕਲੀਅਰ ਦਿਖਦਾ ਹੈ। ਤਾਂ ਪ੍ਰੀਟੀ ਦਾ ਮਤਲਬ ਸਾਡਾ ਕੀ ਹੋ ਗਿਆ ਜੀ, ਇੱਧਰ ਐਂਟੋਨੀਮ ਕੀ ਹੋ ਗਿਆ, ਅਗਲੀ। ਐਬਜ਼ਰਡ। ਐਬਜ਼ਰਡ ਦਾ ਮਤਲਬ ਹੁੰਦਾ ਹੈ ਜੀ ਜਦੋਂ ਮਤਲਬ ਕੋਈ ਬੇਵਕੂਫੀਆਂ ਵਾਲੇ ਸਵਾਲ ਕਰੇ ਜਾਂ ਬੇਵਕੂਫੀਆਂ ਵਾਲੀਆਂ ਗੱਲਾਂ ਕਰੇ, ਉਹਨੂੰ ਆਪਾਂ ਐਬਜ਼ਰਡ ਕਹਿੰਦੇ ਹਾਂ। ਤਾਂ ਇਹਦਾ ਉਲਟ ਹੋ ਗਿਆ ਕਿ ਜਦੋਂ ਕੋਈ ਅਕਲਮੰਦੀ ਵਾਲੀ ਗੱਲ ਕਰੇ ਤਾਂ ਆਪਾਂ ਉਹਨੂੰ ਉਸ ਦਾ ਇੰਗਲਿਸ਼ ਵਰਡ ਲੱਭਾਂਗੇ। ਤਾਂ ਐਬਜ਼ਰਡ ਦਾ ਜਿਹੜਾ ਬਣਦਾ ਹੈ ਉਹ ਹੈ ਰੈਸ਼ਨਲ। ਰੈਸ਼ਨਲ ਦਾ ਮਤਲਬ ਹੁੰਦਾ ਹੈ ਜੀ ਜਦ ਆਪਾਂ ਕੋਈ ਅਕਲ ਵਾਲੀ ਗੱਲ ਕਰਦੇ ਹਾਂ। ਤਾਂ ਇਸ ਦਾ ਐਬਜ਼ਰਡ ਦਾ ਜਿਹੜਾ ਐਂਟੋਨੀਮ ਹੋਇਆ ਕੀ ਹੋਇਆ, ਰੈਸ਼ਨਲ। ਤਾਂ ਅਸੀਂ ਇੱਥੇ ਇਸ ਨੂੰ ਰੈਸ਼ਨਲ ਪਾ ਦਿੰਦੇ। ਤੀਸਰਾ ਵਰਡ ਹੈ ਜੀ ਅਨਟਾਈਡੀ। ਅਨਟਾਈਡੀ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਬਹੁਤ ਹੀ ਭੈੜਾ ਜਿਹਾ ਲੱਗੇ, ਸਾਫ ਸੁਥਰਾ ਨਾ ਹੋਵੇ, ਉਹਨੂੰ ਆਪਾਂ ਅਨਟਾਈਡੀ ਕਹਿੰਦੇ ਹਾਂ। ਤਾਂ ਨੈਚੁਰਲੀ ਇਸ ਦਾ ਐਂਟੋਨੀਮ ਵਿਰੋਧੀ ਸ਼ਬਦ ਹੋਏਗਾ ਸਮਾਰਟ ਲੁਕਿੰਗ ਐਂਡ ਨੀਟ। ਤਾਂ ਅਸੀਂ ਇੱਥੇ ਇਸ ਦਾ ਐਂਟੋਨੀਮ ਲਿਖ ਦਿੰਦੇ ਹਾਂ। ਡਿਸਟਰੈਸਡ ਦਾ ਮਤਲਬ ਹੁੰਦਾ ਜੀ ਬਹੁਤ ਜ਼ਿਆਦਾ ਦੁਖੀ। ਜੋ ਬਹੁਤ ਜ਼ਿਆਦਾ ਦੁਖੀ ਹੋਵੇ, ਬੜਾ ਹੀ ਗੰਭੀਰ ਜਿਹਾ, ਬਹੁਤ ਹੀ ਜ਼ਿਆਦਾ ਦੁਖੀ, ਬੜੀਆਂ ਪ੍ਰੋਬਲਮਾਂ ਹੋਣ, ਵਿਚਾਰਾ ਟਰਬਲ ਬਹੁਤ ਜ਼ਿਆਦਾ ਹੋਣ ਉਸ ਨੂੰ, ਤਾਂ ਅਸੀਂ ਉਸ ਨੂੰ ਡਿਸਟਰੈਸਡ ਕਹਿੰਦੇ ਹਾਂ। ਤਾਂ ਇਹਦਾ ਉਲਟਾ ਹੋ ਗਿਆ ਹੈਪੀ। ਤਾਂ ਅਸੀਂ ਇਸ ਦਾ ਐਂਟੋਨੀਮ ਹੈਪੀ ਲਿਖਦੇ ਹਾਂ। ਸ਼ਿਓਰ। ਸ਼ਿਓਰ ਦਾ ਮਤਲਬ ਅਸੀਂ ਜਦੋਂ 100% ਯਕੀਨ ਹੁੰਦਾ ਜੀ ਸਾਨੂੰ ਕਿ ਹਾਂਜੀ ਪੱਕਾ ਬਿਲਕੁਲ ਸਾਨੂੰ ਯਕੀਨ ਹੈ। ਤਾਂ ਜਦੋਂ ਸਾਨੂੰ ਫਿਰ ਕੋਈ ਸ਼ੱਕ ਹੋਵੇ, ਉਹ ਉਸਦਾ ਉਲਟ ਹੋ ਗਿਆ, ਉਸਦਾ ਐਂਟੋਨੀਮ ਹੋ ਗਿਆ। ਤਾਂ ਇਸਦਾ ਐਂਟੋਨੀਮ ਹੋ ਗਿਆ ਜੀ ਡਾਊਟਫੁਲ। ਇਹ ਵਾਲਾ ਵਰਡ ਹੈ ਡਾਊਟਫੁਲ ਜੋ ਇੱਥੇ ਆਏਗਾ, ਅਸੀਂ ਇੱਥੇ ਲਿਖ ਦਿੰਦੇ ਹਾਂ ਡਾਊਟਫੁਲ। ਅਗਲਾ ਵਰਡ ਹੈ ਜੀ ਮੋਇਸਟ। ਮੋਇਸਟ ਦਾ ਮਤਲਬ ਨਮੀ ਭਰਿਆ। ਮਤਲਬ ਕੋਈ ਸਪੋਜ਼ ਕਰੋ ਕੋਈ ਜਿਸ ਤਰ੍ਹਾਂ ਬਾਰਿਸ਼ ਤੋਂ ਬਾਅਦ ਹਵਾ 'ਚ ਨਮੀ ਭਰ ਜਾਂਦੀ ਹੈ ਤਾਂ ਅਸੀਂ ਉਸਨੂੰ ਮੋਇਸਟ ਕਹਿੰਦੇ ਹਾਂ। ਤਾਂ ਜਦੋਂ ਨਮੀ ਨਹੀਂ ਹੁੰਦੀ ਤਾਂ ਅਸੀਂ ਕਹਿੰਦੇ ਹਾਂ ਜੀ ਬੜਾ ਅੱਜ ਡਰਾਈ ਜਿਹਾ ਵੈਦਰ ਹੈ, ਐਵੇਂ ਕਹਿ ਦਿੰਦੇ ਹਾਂ ਬੜਾ ਸੁੱਕਾ ਜਿਹਾ ਵੈਦਰ ਹੈ। ਤਾਂ ਨੈਚੁਰਲੀ ਬੜਾ ਹੀ ਸਿੰਪਲ ਵਰਡ ਹੈ। ਇਹਦਾ ਐਂਟੋਨੀਮ ਕੀ ਹੋ ਗਿਆ ਜੀ, ਮੋਇਸਟ ਦਾ ਡਰਾਈ। ਅਗਲਾ ਵਰਡ ਹੈ ਜੀ ਫ੍ਰਿਵਲਸ। ਕਈ ਬੱਚਿਆਂ ਦੇ ਲਈ ਇਹ ਸ਼ਬਦ ਨਵਾਂ ਹੋਏਗਾ। ਫ੍ਰਿਵਲਸ ਦਾ ਮਤਲਬ ਹੁੰਦਾ ਹੈ ਜੀ ਜਦੋਂ ਕੋਈ ਬੰਦਾ ਨॉन ਸੀਰੀਅਸ ਹੁੰਦਾ ਹੈ, ਮਤਲਬ ਕਿ ਕੋਈ ਸੰਜੀਦਾ ਨਹੀਂ ਹੁੰਦਾ ਕਿਸੇ ਕੰਮ ਕਰਨ 'ਚ। ਸਪੋਜ਼ ਕਰੋ ਮੈਂ ਕਿਸੇ ਬੱਚੇ ਨੂੰ ਕੰਮ ਦਿੱਤਾ, ਉਹਨੇ ਧਿਆਨ ਹੀ ਨਹੀਂ ਦਿੱਤਾ ਉਸ ਕੰਮ ਵੱਲ, ਤਾਂ ਅਸੀਂ ਉਸ ਟਾਈਮ 'ਚ ਇਹ ਵਰਡਸ ਯੂਜ਼ ਕਰਦੇ ਹਾਂ ਉਹਦੇ ਲਈ, ਫ੍ਰਿਵਲਸ। ਇਸ ਦਾ ਉਲਟ ਹੋ ਗਿਆ ਨੈਚੁਰਲੀ ਸੀਰੀਅਸ, ਕਿਉਂਕਿ ਉਸਨੇ ਉਸਨੂੰ ਕੰਮ ਸੰਜੀਦਗੀ ਦੇ ਨਾਲ ਲਿਆ। ਤਾਂ ਅਸੀਂ ਇਸ ਦਾ ਜਿਹੜਾ ਉਲਟ ਵਰਡ ਹੈ ਉਹ ਸੀਰੀਅਸ ਪਾ ਦਿੰਦੇ ਹਾਂ ਇੱਥੇ। ਕੁਆਇਟਲੀ ਦਾ ਮਤਲਬ ਹੁੰਦਾ, ਤੁਹਾਨੂੰ ਪਤਾ ਕੁਆਇਟ ਤੋਂ ਬਣਿਆ, ਕੁਆਇਟਲੀ ਇਜ਼ ਐਨ ਐਡਵਰਬ। ਤਾਂ ਕੁਆਇਟਲੀ ਦਾ ਮਤਲਬ ਹੁੰਦਾ ਹੈ ਜੀ ਚੁੱਪਚਾਪ, ਤੇ ਮਤਲਬ ਕੋਈ ਬਿਲਕੁਲ ਸ਼ੋਰ ਸ਼ਰਾਬਾ ਨਾ ਹੋਵੇ, ਸ਼ਾਂਤ ਹੋਵੇ, ਅਸੀਂ ਉਸਨੂੰ ਕੁਆਇਟਲੀ ਕਹਿੰਦੇ ਹਾਂ। ਤਾਂ ਇਹਦਾ ਉਲਟ ਕੀ ਹੋ ਗਿਆ ਜੀ, ਨੋਇਜ਼ਲੀ। ਤਾਂ ਅਸੀਂ ਇਸ ਦਾ ਜਿਹੜਾ ਇਹ ਵਾਲਾ ਵਰਡ ਪਾ ਦਿੰਦੇ ਹਾਂ, ਨੋਇਜ਼ਲੀ। ਵੈਸਟਰਨ, ਵੈਸਟ ਤੋਂ ਬਣਿਆ। ਵੈਸਟ ਦਾ ਮਤਲਬ ਪੱਛਮ, ਪੱਛਮੀ ਪਾਸਾ, ਵੈਸਟਰਨ। ਇੱਕੋ ਹੀ ਵਰਡ ਇੱਥੇ ਸਾਨੂੰ ਦਿਖ ਰਿਹਾ ਹੈ ਈਸਟਰਨ, ਪੱਛਮ ਪੂਰਬ। ਤਾਂ ਨੈਚੁਰਲੀ ਇੱਥੇ ਜਿਹੜਾ ਸਾਡਾ ਇਹ ਵਰਡ
हो गया ईस्टर्न। अगे जी स्टेल, स्टेल का मतलब होंगे जी बस आ सपोज करो असी कोई रोटी बनाई रात की रखी हुई है, अगले दिन सवेरे आप कहने बेही रोटी बासी रोटी, तो स्टेल का मतलब होंगे जी बस आ, लेकिन ये बिल्कुल ताज़ी चीज़ जो बनाई है वह वर्ड की हो गया जी फ्रैश, तो इसका उल्ट फ्रैश। तो उम्मीद है बच्चों ये जी थोड़ी वोकैबलरी प्रैक्टिस की पहली एक्सरसाइज तुहानू ठीक लगी होएगी। इसनू तुसी सारिਆਂ ने अपनी जो पक्कियां नोटबुक्स हैं इंग्लिश दी उन्हां दे उपर सही तरीके नाल लिख लेना है। काटे माटे जे नहीं मारने कि प्रैटी नू तुसी इहदे नाल मिलाता या एबजर्ड नू उहदे नाल, एवें नहीं करना। प्रैटी दे सामने अगली, एबजर्ड दे सामने रैशनल, इस तरह लिखना है ते उस दियां पिक्स मैनू तुसी जरूर भेजनियां हन। हाँ जी, ਹੁਣ ਅਸੀਂ ਦੂਸਰੀ ਐਕਸਰਸਾਈਜ਼ ਜੋ ਸਾਡੀ ਵੋਕੈਬਲਰੀ ਪ੍ਰੈਕਟਿਸ ਦੀ ਐਕਸਰਸਾਈਜ਼ ਹੈ ਉਹ ਅਸੀਂ ਕਰਨ ਲੱਗੇ ਹਾਂ। ਜੇ ਤੁਸੀਂ ਇਸ ਨੂੰ ਦੇਖੋ ਤਾਂ ਸਾਨੂੰ ਕੁਝ ਵਰਡਸ ਦਿੱਤੇ ਹੋਏ ਹੈ, 10 ਵਰਡਸ ਇੱਕ ਵਾਰੀ ਫੇਰ ਨੇ ਸਾਡੇ ਕੋਲੇ। ਅਸੀਂ ਇਹਨਾਂ ਦੀਆਂ ਵਰਬਸ ਬਣਾਉਣੀ ਹੈ। ਦੇਖੋ ਇਹ ਵਰਡਸ, ਇਹਨਾਂ ਦੀ ਸਾਨੇ ਵਰਬ ਬਣਾਉਣੀ ਹੈ। ਇਹ ਸਾਰੇ ਵਰਡਸ ਆਲਮੋਸਟ ਨਾउन ਨੇ, ਇਹ ਸਾਰੇ ਨਾउन ਨੇ। ਇਹਨਾਂ ਤੋਂ ਅਸੀਂ ਵਰਬਸ ਬਣਾਉਣੀਆਂ ਨੇ। ਤਾਂ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਬੱਚਿਓ ਕਿ ਬੇਸਿਕ ਕੁਐਸਚਨ ਅਸੀਂ ਤੀਸਰੀ ਤੋਂ ਹੀ ਕਰ ਰਹੇ ਹਾਂ, ਇਹ 3rd ਕਲਾਸ ਤੋਂ, ਕਿ ਵਰਬ ਕੀ ਹੁੰਦੀ ਹੈ ਨਾ। ਵਰਬ ਮੈਂ ਤੁਹਾਨੂੰ ਕਲਾਸ 'ਚ ਬੇਟਾ ਕਈ ਵਾਰੀ ਦੱਸਿਆ ਹੈ ਕਿ ਕੋਈ ਵੀ ਵਰਡ, ਕੋਈ ਵੀ ਸ਼ਬਦ ਜਿਸ ਤੋਂ ਸਾਨੂੰ ਕਿਸੇ ਦੇ ਕਿਸੇ ਕੰਮ ਹੋਣ ਬਾਰੇ ਪਤਾ ਚੱਲੇ ਵੀ ਕੋਈ ਕੰਮ ਹੋ ਰਿਹਾ ਹੈ, ਅਸੀਂ ਉਸ ਨੂੰ ਵਰਬ ਕਹਿੰਦੇ ਹਾਂ। ਤਾਂ ਆਹ ਸਾਰੇ ਨਾउन्स ਹੈ ਤੇ ਜਿਹੜੇ ਲੈਫਟ ਹੈਂਡ ਸਾਈਡ ਤੇ ਖੱਬੇ ਪਾਸੇ ਲਿਖੇ ਹੋਏ ਹੈ, ਇਹ ਇੱਥੋਂ ਲੈ ਕੇ ਇੱਥੇ ਤੱਕ ਇਹ ਸਾਰੇ ਨਾउन्स ਹੈ। ਇਹਨਾਂ ਨੂੰ ਅਸੀਂ ਵਰਬ ਦੇ ਵਿੱਚ ਤਬਦੀਲ ਕਰਨਾ ਹੈ। ਨਾउन्स ਤੁਹਾਨੂੰ ਪਤਾ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਜਿਹੜੇ ਵਰਡਸ ਨੂੰ ਜਿਹੜੇ ਸ਼ਬਦਾਂ ਨੂੰ ਅਸੀਂ ਮਹਿਸੂਸ ਕਰ ਸਕੀਏ ਜਾਂ ਅਸੀਂ ਟੱਚ ਕਰ ਸਕੀਏ, ਉਹ ਸਾਰੇ ਨਾउन्स ਹੁੰਦੇ ਆ। ਹੁਣ ਆਲਮੋਸਟ ਇਹਦੇ ਵਿੱਚ ਕੁਝ ਵਰਡਸ ਐਸੇ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਕੁਝ ਹੋ ਸਕਦਾ ਸਾਡੇ ਲਈ ਨਵੇਂ ਹੋਣ। ਤਾਂ ਸਭ ਤੋਂ ਪਹਿਲਾਂ ਹੈ ਸ਼ਬਦ ਬਿਲੀਫ। ਤਾਂ ਬਿਲੀਫ ਸ਼ਬਦ ਦਾ ਮਤਲਬ ਹੁੰਦਾ ਹੈ ਜੀ ਕੋਈ ਵਿਸ਼ਵਾਸ, ਠੀਕ ਹੈ। ਤਾਂ ਇਸ ਦੀ ਵਰਬ ਕੀ ਹੋਏਗੀ? ਇਸ ਦੀ ਵਰਬ ਹੁੰਦੀ ਹੈ ਜੀ ਬਿਲੀਵ, BELIEVE। ਤਾਂ ਇਹ ਵਰਡ ਹੈ ਜੀ ਸਾਡਾ ਬਿਲੀਵ। ਜੇ ਤੁਸੀਂ ਜਾਣਦੇ ਹੋਵੋ ਤਾਂ ਬਿਲੀਵ ਦੀਆਂ ਵਰਬਸ ਦੀਆਂ ਫਾਰਮਸ ਹੁੰਦੀਆਂ ਨੇ, ਬਿਲੀਵ, ਬਿਲੀਵਡ, ਬਿਲੀਵ, ਡੀ ਪਿੱਛੇ ਲੱਗ ਜਾਂਦੀ ਹੈ ਇਹਦੇ। ਬਿਲੀਫ ਵਿਸ਼ਵਾਸ, ਬਿਲੀਵ ਦਾ ਮਤਲਬ ਵਿਸ਼ਵਾਸ ਹੋਣਾ ਜਾਂ ਵਿਸ਼ਵਾਸ ਕਰਨਾ। ਦੂਸਰਾ ਵਰਡ ਹੈ ਜੀ ਸਾਡਾ ਨੌਲੇਜ। ਨੌਲੇਜ ਦਾ ਮਤਲਬ ਸਾਨੂੰ ਸਾਰਾ ਪਤਾ ਹੈ ਜੀ ਗਿਆਨ, ਇੱਕ ਨਾउन ਹੈ ਇਹ। ਤਾਂ ਇਹਦੀ ਵਰਬ ਅਸੀਂ 6ਵੀਂ ਕਲਾਸ ਤੋਂ ਕੀਤੀ ਹੈ ਨੋ, ਨੋ ਤੋਂ ਬਣਦਾ ਹੈ। ਤਾਂ ਨੋ ਇਸ ਦੀ ਵਰਬ ਹੈ KNOW, ਕੇ ਸਾਇਲੈਂਟ ਹੁੰਦਾ ਹੈ ਨੋ। ਤੇ ਇਸ ਦੀਆਂ ਵਰਬਸ ਹੁੰਦੀਆਂ ਸਾਨੂੰ ਪਤਾ ਹੈ ਨੋ, ਨਿਊ, ਨੋਨ, ਹੈ ਨਾ, ਉਹ ਸੈਕਿੰਡ ਥਰਡ ਫਾਰਮ ਜਿਹੜੀ ਹੁੰਦੀ ਹੈ ਵਰਬ ਦੀ। ਤੀਸਰਾ ਵਰਡ ਹੈ ਜੀ ਸਾਡਾ ਪ੍ਰੇਅਰ। ਪ੍ਰੇਅਰ ਦਾ ਮਤਲਬ ਕੋਈ ਪ੍ਰਾਰਥਨਾ। ਤਾਂ ਪ੍ਰੇਅਰ ਤੋਂ ਸਾਡਾ ਵਰਬ ਬਣਦੀ ਹੈ ਜੀ ਪ੍ਰੇ, ਠੀਕ ਹੈ ਜੀ। ਇਹ ਬਣ ਗਈ ਪ੍ਰੇ। बड़ा सिंपल वर्ड है, सारे जानते हो। फूड, फूड का मतलब होंगे सानू पता है कि फूड एक ऐसी चीज़ है जिसनों असी खाने हैं, खाना। तो किसी नू खाना देना उन्होंने असी कहने हैं फीड। फीड, फैड, फैड वर्ब दी फॉर्म्स ने। अगला वर्ड है जी एसोसीएशन। एसोसीएशन का मतलब किसी नाल सहयोग करना। तो इसका जोड़ा वर्ड बनता है जी एसोशीएट। इस तरह ਹੁੰਦਾ ਕੀ ਹੈ ਕਿ ਈ ਕੱਟ ਕੇ ION ਲੱਗ ਜਾਂਦੀ ਹੈ। ਦੇਖੋ ਤੁਸੀਂ ION ਲੱਗੀ ਹੋਈ ਹੈ। ਜਦ ਅਸੀਂ ਵਰਬ ਤੋਂ ਨਾउन ਬਣਾਉਣਾ ਹੋਵੇ ਤਾਂ ਉਲਟਾ ਕਰਨਾ ਹੋਵੇ ਤਾਂ ਅਸੀਂ ਈ ਕੱਟ ਕੇ ION ਲਾ ਦਿੰਦੇ ਹਾਂ। ਐਸੋਸੀਏਟ ਦੀਆਂ ਵਰਬ ਦੀਆਂ ਫਾਰਮ ਵੀ ਬੇਟਾ ਡੀ ਪਿੱਛੇ ਲੱਗ ਜਾਂਦੀ ਹੈ, ਐਸੋਸੀਏਟਿਡ, ਐਸੋਸੀਏਟਿਡ। ਅਗਲਾ ਵਰਡ ਹੈ ਜੀ ਡਿਸੀਜ਼ਨ। ਡਿਸੀਜ਼ਨ ਦਾ ਮਤਲਬ ਹੁੰਦਾ ਫੈਸਲਾ, ਫੈਸਲਾ ਕਰਨਾ। ਤਾਂ ਫੈਸਲਾ ਕਰਨਾ ਦੀ ਇੰਗਲਿਸ਼ ਕੀ ਹੁੰਦੀ ਹੈ ਜੀ ਡਿਸਾਈਡ, ਵਿਚ ਇਜ਼ ਅ ਵਰਬ। ਡਿਸਾਈਡ, ਡਿਸਾਈਡਿਡ, ਡਿਸਾਈਡਿਡ, ਡੀ ਪਿੱਛੇ ਲੱਗ ਜਾਂਦੀ ਹੈ ਜੀ। ਅਗਲਾ ਵਰਡ ਹੈ ਜੀ ਅਰਾਈਵਲ। ਅਰਾਈਵਲ ਦਾ ਮਤਲਬ ਹੁੰਦਾ ਹੈ ਪਹੁੰਚਣਾ। ਆਪਾਂ ਕਹਿੰਦੇ ਹਾਂ ਕੋਈ ਅਰਾਈਵਲ, ਕਿਸੇ ਥਾਂ ਤੇ ਪਹੁੰਚੀਏ, ਅਰਾਈਵਲ, ਠੀਕ ਹੈ। ਇਹ ਵਰਡ ਬਣਦਾ ਹੈ ਜੀ ਵਰਬ ਤੋਂ ਅਰਾਈਵ। ਅਰਾਈਵ, ARRIVE, ਅਰਾਈਵ, ਅਰਾਈਵਡ, ਅਰਾਈਵਡ, ਠੀਕ ਹੈ, ਪਹੁੰਚਣਾ ਕਿਸੇ ਥਾਂ ਤੇ, ਟੂ ਅਰਾਈਵ। ਸਸਪੀਸ਼ਨ, ਸਸਪੀਸ਼ਨ ਦਾ ਮਤਲਬ ਹੁੰਦਾ ਹੈ ਜੀ ਸ਼ੱਕ। ਤੇ ਸ਼ੱਕ ਕਰਨਾ ਦੀ ਇੰਗਲਿਸ਼ ਕੀ ਹੁੰਦੀ ਹੈ ਸਸਪੈਕਟ। ਸਸਪੈਕਟ, ਸਸਪੈਕਟਿਡ, ਸਸਪੈਕਟਿਡ ਸੈਕਿੰਡ ਥਰਡ ਫਾਰਮ ਹੁੰਦੀ ਹੈ। ਤਾਂ ਸ਼ੱਕ ਕਰਨਾ, ਸਸਪੀਸ਼ਨ ਕੀ ਹੋ ਗਿਆ ਨਾउन, ਸਸਪੈਕਟ ਕੀ ਹੋ ਗਿਆ ਵਰਬ। ਸਵੀਪਰ, ਸਵੀਪਰ ਸਫਾਈ ਕਰਨ ਵਾਲੇ ਨੂੰ ਕਹਿੰਦੇ ਆ। ਤਾਂ ਨੈਚੁਰਲੀ ਸਵੀਪਰ ਚ ਬੜਾ ਸਿੰਪਲ ਹੈ, ਇੱਥੋਂ ਹੀ ਪਤਾ ਲੱਗਦਾ ਹੈ। ਸਵੀਪ, ਸਵੀਪ, ਸਵੈਪਟ, ਸਵੈਪਟ, SWEPT ਬਣ ਜਾਂਦੀ ਹੈ। श्योर, श्योर ਦਾ ਮਤਲਬ ਹੁੰਦਾ ਯਕੀਨ, ਯਕੀਨ ਹੋਣਾ। ਐਨश्योर, EN ਅੱਗੇ ਲੱਗ ਜਾਏਗਾ ਜੀ, ਬਾਕੀ ਸਾਰਾ ਇਹੀ ਰਹਿ ਜਾਏਗਾ।
ਤਾਂ ਇਸ ਤਰ੍ਹਾਂ ਅਸੀਂ ਇਸ ਦੀਆਂ ਵਰਬਸ ਬਣਾ ਲੀਆਂ। ਇੱਧਰ ਸਾਰੇ ਨਾउन ਸੀਗੇ, ਨਾउन ਦੀ ਸਾਨੇ ਵਰਬ ਬਣਾ ਲਈ। ਉਮੀਦ ਹੈ ਬੱਚਿਓ ਤੁਹਾਨੂੰ ਐਕਸਰਸਾਈਜ਼ ਸਮਝ ਆ ਗਈ ਹੋਏਗੀ। ਤਾਂ ਤੁਸੀਂ ਬੱਚਿਓ ਉਵੇਂ ਹੀ ਪਹਿਲਾਂ ਦੀ ਤਰ੍ਹਾਂ ਇਸ ਨੂੰ ਆਪਣੀ ਜੋ ਫੇਅਰ ਨੋਟਬੁੱਕ ਹੈ, ਆਪਣੀ ਪੱਕੀ ਕਾਪੀ ਇੰਗਲਿਸ਼ ਦੀ ਉਸ 'ਤੇ ਕਰਨਾ ਹੈ ਅਤੇ ਇਸ ਨੂੰ ਸਮਝ ਕੇ ਕਰਨਾ ਹੈ ਅਤੇ ਇਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀਆਂ ਹਨ। ਹਾਂਜੀ, ਜਿਵੇਂ ਕਿ ਅਸੀਂ ਪਹਿਲੀਆਂ ਆਪਣੀਆਂ ਵੋਕੈਬਲਰੀ ਐਕਸਰਸਾਈਜ਼ਿਸ ਦੀਆਂ ਜਿਹੜੀਆਂ 2 ਐਕਸਰਸਾਈਜ਼ਿਸ ਉਹ ਕੰਪਲੀਟ ਕਰ ਚੁੱਕੇ। ਹੁਣ ਅਸੀਂ ਇਸੇ ਚੈਪਟਰ ਦੀਆਂ ਗ੍ਰਾਮਰ ਐਕਸਰਸਾਈਜ਼ ਸ਼ੁਰੂ ਕਰਨ ਜਾ ਰਹੇ ਹਾਂ। ਇਹਦੇ ਵਿੱਚ ਵੀ ਸਾਡੀਆਂ 2 ਐਕਸਰਸਾਈਜ਼ਾਂ ਹਨ, ਨੰਬਰ 1 ਐਂਡ ਨੰਬਰ 2। ਪਹਿਲਾਂ ਅਸੀਂ ਪਹਿਲੀ ਐਕਸਰਸਾਈਜ਼ ਕਰਾਂਗੇ। ਇਹਦੇ ਵਿੱਚ ਅਸੀਂ ਸੂਟੇਬਲ ਡਿਟਰਮੀਨਰ ਜਿਹੜਾ ਹੈ ਇਨਸਰਟ ਕਰਨਾ ਹੈ। ਸਾਡੇ ਕੋਲੇ 5 ਖਾਲੀ ਥਾਵਾਂ ਹਨ ਅਤੇ ਹਰ ਇੱਕ ਖਾਲੀ ਥਾਂ ਦੇ ਵਿੱਚ ਸਾਨੂੰ 2-2 ਆਪਸ਼ਨਸ ਦਿੱਤੇ ਹੋਏ ਹਨ। ਉਹਨਾਂ ਦੋਨਾਂ 'ਚੋਂ ਇੱਕ ਸਹੀ ਹੈ, ਇੱਕ ਗਲਤ ਹੈ। ਦੋਨੇ ਹੀ ਡਿਟਰਮੀਨਰਸ ਹਨ ਹਰ ਇੱਕ ਜੋ ਖਾਲੀ ਥਾਂ ਦੇ ਨਾਲ ਸਾਨੂੰ ਦਿੱਤੇ ਹੋਏ ਹਨ। ਤਾਂ ਅਸੀਂ ਉਹਨਾਂ ਦੇ ਵਿੱਚੋਂ ਸਹੀ ਡਿਟਰਮੀਨਰ ਚੂਜ਼ ਕਰਕੇ ਪਾਉਣਾ ਹੈ। ਤਾਂ ਡਿਟਰਮੀਨਰਸ ਨੂੰ ਪਾਉਣ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਪਤਾ ਹੋਵੇ ਕਿ ਡਿਟਰਮੀਨਰਸ ਹੁੰਦੇ ਕੀ ਨੇ। ਮੈਂ ਕਲਾਸ ਵਿੱਚ ਤੁਹਾਨੂੰ ਕਈ ਵਾਰੀ ਦੱਸਿਆ ਹੈ, ਫਿਰ ਵੀ ਤੁਹਾਨੂੰ ਰਿਵਾਈਜ਼ ਕਰਵਾ ਦੇਣਾ ਕਿ ਡਿਟਰਮੀਨਰਸ ਉਹ ਸ਼ਬਦ ਹੁੰਦੇ ਨੇ ਜਿਹੜੇ ਨਾਊਨ ਜਾਂ ਪ੍ਰਨਾਊਨ ਦੇ ਅੱਗੇ ਆ ਕੇ ਉਸ ਨੂੰ ਨਿਰਦੇਸ਼ਿਤ ਕਰਦੇ ਨੇ। ਜਿਵੇਂ ਮੈਂ ਤੁਹਾਨੂੰ ਸਿੰਪਲ ਜੀ ਗੱਲ ਕਹਾਂ ਕਿ ਜਿਵੇਂ ਕੋਈ ਨਾਊਨ ਹੈ ਬੁੱਕ, ਇਹ ਬੁੱਕ ਨਾਊਨ ਹੈ, ਲੇਕਿਨ ਜੇ ਮੈਂ ਇਸ ਦੇ ਅੱਗੇ ਪਾ ਦਾਂ ਦਿਸ ਬੁੱਕ ਜਾਂ ਦੈਟ ਬੁੱਕ, ਠੀਕ ਹੈ, ਇਹ ਦੋਨੇ ਦਿਸ ਐਂਡ ਦੈਟ ਡਿਟਰਮੀਨਰਸ ਨੇ। ਇਹ ਬੁੱਕ ਜਾਂ ਉਹ ਬੁੱਕ, ਠੀਕ ਹੈ ਨਾ, ਕਿਉਂਕਿ ਕੱਲਾ ਬੁੱਕ ਪਾਊਂਗਾ ਪਤਾ ਨਹੀਂ ਲੱਗਣਾ ਕਿਹੜੀ ਬੁੱਕ ਦੀ ਗੱਲ ਕਰ ਰਹੇ ਹਾਂ ਆਪਾਂ। ਲੇਕਿਨ ਜੇ ਆਪਾਂ ਉਸਦੇ ਅੱਗੇ ਦਿਸ ਪਾ ਦਈਏ ਤਾਂ ਅਸੀਂ ਕਹਾਂਗੇ ਕਿ ਇਹੀ ਬੁੱਕ ਦੀ ਗੱਲ ਕਰ ਰਹੇ ਹਾਂ। ਇਸ ਦਾ ਮਤਲਬ ਦਿਸ ਜਾਂ ਦੈਟ ਨੇ ਨਾਊਨ ਦੇ ਅੱਗੇ ਆ ਕੇ ਉਸ ਨੂੰ ਨਿਰਦੇਸ਼ਿਤ ਕਰਤਾ ਕਿ ਅਸੀਂ ਇਸੇ ਬੁੱਕ ਦੀ ਗੱਲ ਕਰ ਰਹੇ ਹਾਂ, ਕਿਸੇ ਹੋਰ ਬੁੱਕ ਦੀ ਗੱਲ ਨਹੀਂ ਕਰ ਰਹੇ। ਤਾਂ ਤੁਹਾਨੂੰ ਮੈਂ ਬੜੀ ਸਿੰਪਲ ਲੈਂਗੁਏਜ 'ਚ ਡਿਟਰਮੀਨਰਸ ਦੇ ਬਾਰੇ ਸਮਝਾਇਆ। ਤਾਂ ਇਸ ਨੂੰ ਆਪਾਂ ਖਿਆਲ 'ਚ ਰੱਖਦੇ ਹੋਏ ਪੰਜੇ ਜਿਹੜੀਆਂ ਸਾਡੀਆਂ ਜੋ ਸਾਡੀਆਂ ਖਾਲੀ ਥਾਵਾਂ ਨੇ ਡਿਟਰਮੀਨਸ ਦੀਆਂ, ਅਸੀਂ ਉਹ ਇਸ ਨੂੰ ਠੀਕ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈ ਸਾਡੇ ਕੋਲੇ ਡੈਸ਼ ਆਫ ਅਸ ਵਰਕ ਕੌਨਸਟੈਂਟਲੀ ਟੂਗੈਦਰ। ਨਾ ਹੁਣ ਸਾਡੇ ਕੋਲੇ 2 ਡਿਟਰਮੀਨਰਸ ਨੇ, ਇੱਕ ਅਵਰ ਹੈ, ਇੱਕ ਬੋਥ ਹੈ। ਤਾਂ ਬੇਟਾ ਜਦੋਂ ਵੀ ਸਾਡੇ ਡਿਟਰਮੀਨਰ ਦੇ ਪਿੱਛੇ ਆਫ ਲਿਖਿਆ ਹੋਵੇ, ਠੀਕ ਹੈ, ਮੰਨ ਲਓ ਸਾਨੇ ਡਿਟਰਮੀਨਰ ਪਾਣਾ, ਉਹਦੇ ਪਿੱਛੇ ਆਫ ਪਾਇਆ ਹੋਇਆ, ਤਾਂ ਮਤਲਬ ਇੱਕ ਬਸ ਤੁਸੀਂ ਲਾ ਲਓ ਕਿ ਤੁਸੀਂ ਉੱਥੇ ਬੋਥ ਭਰਨਾ ਹੈ। ਤਾਂ ਬੋਥ ਦੇ ਨਾਲ ਹੀ ਇਕਲੌਤਾ ਡਿਟਰਮੀਨਰ ਹੈ ਜਿਹਦੇ ਪਿੱਛੇ ਆਫ ਆਉਂਦਾ ਹੈ, ਬਾਕੀ ਕਿਸੇ ਡਿਟਰਮੀਨਰ ਦੇ ਪਿੱਛੇ ਆਫ ਨਹੀਂ ਆਉਂਦਾ। ਤਾਂ ਇੱਥੇ ਅਸੀਂ ਬੋਥ ਪਾਵਾਂਗੇ, ਬਿਕੋਜ਼ ਅਸ ਦਾ ਮਤਲਬ 2 ਜਣੇ ਦੀ ਗੱਲ ਹੋ ਰਹੀ ਹੈ। ਬੋਥ ਆਫ ਅਸ, ਬੋਥ ਆਫ ਅਸ ਦਾ ਮਤਲਬ ਦੋਵੇਂ, ਦੋਵੇਂ ਅਸੀਂ ਹਮੇਸ਼ਾ ਇਕੱਠੇ ਰਹਿੰਦੇ ਹਾਂ, ਇਹਦਾ ਮਤਲਬ ਇਹ ਹੈ। ਤਾਂ ਬੋਥ ਆਏਗਾ ਜੀ, ਇਹਦੇ 'ਚ ਅਵਰ ਨਹੀਂ ਆਏਗਾ। ਦੂਸਰਾ ਹੈ ਸ਼ੀ ਟੋਲਡ ਮੀ ਅਬਾਊਟ ਦਾ ਗੇਮ ਸ਼ੀ ਯੂਜ਼ ਟੂ ਪਲੇ ਐਜ਼ ਡੈਸ਼ ਚਾਈਲਡ। ਤਾਂ ਉਹ ਮੈਨੂੰ ਕੁਝ ਐਸੀਆਂ ਗੇਮਸ ਬਾਰੇ ਦੱਸਦੀ ਹੈ ਜਦੋਂ ਬੱਚਾ ਸੀ ਤਾਂ ਉਸ ਟਾਈਮ ਉਹ ਖੇਲਦੀ ਹੁੰਦੀ ਸੀ ਉਹਨਾਂ ਗੇਮਸ ਬਾਰੇ, ਮੈਨੂੰ ਉਹ ਦੱਸਦੀ ਹੈ। ਤਾਂ ਇੱਥੇ ਬੇਟਾ ਏ ਆਏਗਾ, ਦਾ ਨਹੀਂ ਆਏਗਾ, ਬਿਕੋਜ਼ ਸ਼ੀ ਯੂਜ਼ ਟੂ ਪਲੇ ਐਜ਼ ਅ ਚਾਈਲਡ। ਏ ਔਰ ਦਾ ਦੇ ਵਿੱਚ ਫਰਕ ਇਹ ਹੁੰਦਾ ਹੈ ਕਿ ਦਾ ਆਮ ਤੌਰ 'ਤੇ ਉੱਥੇ ਲੱਗਦਾ ਜਦੋਂ ਆਪਾਂ ਨੇ ਕਿਸੇ ਚੀਜ਼ ਨੂੰ ਖਾਸ ਤੌਰ 'ਤੇ ਦੱਸਣਾ ਹੋਵੇ, ਸਪੈਸੀਫਾਈਡ ਕਰਨਾ ਹੋਵੇ। ਇਹ ਜਨਰਲ ਸੈਂਸ 'ਚ ਆਉਂਦਾ, ਤਾਂ ਇੱਥੇ ਏ ਆਏਗਾ। ਤੀਸਰਾ ਹੈ ਜੀ ਡੈਸ਼ ਪੇਰੈਂਟਸ ਲੈਫਟ ਮੀ ਵਿਦ ਗ੍ਰੈਂਡ ਮਦਰ। ਮੀ ਤੋਂ ਕਲੀਅਰ ਹੋ ਜਾਂਦਾ ਹੈ, ਜੇ ਅਸੀਂ ਦੇਖੀਏ ਨਾ ਤਾਂ ਮੀ ਤੋਂ ਕਲੀਅਰ ਹੋ ਜਾਂਦਾ ਹੈ ਕਿ ਇੱਥੇ ਮਾਏ ਆਏਗਾ, ਕਿਉਂਕਿ ਮੀ ਮੇਰੀ ਗੱਲ ਹੋ ਰਹੀ ਹੈ ਤਾਂ ਮੇਰੇ ਪੇਰੈਂਟਸ ਦੀ ਗੱਲ ਹੀ ਹੋਏਗੀ, ਤਾਂ ਅਸੀਂ ਇੱਥੇ ਮਾਏ ਪੇਰੈਂਟਸ ਪਾਵਾਂਗੇ। ਈਚ ਨਹੀਂ ਆਏਗਾ, ਈਚ ਦਾ ਮਤਲਬ ਹਰ ਇੱਕ, ਮਾਏ ਦਾ ਮਤਲਬ ਮੇਰੇ, ਕਿਉਂਕਿ ਮੀ ਤੋਂ ਸਾਨੂੰ ਇਹ ਕਲੀਅਰ ਹੋ ਜਾਂਦਾ ਹੈ ਕਿ ਅਸੀਂ ਇੱਥੇ ਮਾਏ ਪਾਵਾਂਗੇ। ਦੂਸਰਾ ਹੈ ਜੀ ਡੈਸ਼ ਡ੍ਰੌਪ ਆਫ ਵਾਟਰ ਇਜ਼ ਪ੍ਰੈਸ਼ੀਅਸ। ਪ੍ਰੈਸ਼ੀਅਸ ਦਾ ਮਤਲਬ ਕੀਮਤੀ। ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ, ਸਾਰੀਆਂ ਬੂੰਦਾਂ ਨਹੀਂ, ਹਰ ਇੱਕ ਬੂੰਦ। ਤਾਂ ਨੈਚੁਰਲੀ ਇੱਥੇ ਐਵਰੀ ਆਏਗਾ, EVERY, every. We hear dash amazing success stories but we refuse to acknowledge them. ਕਹਿੰਦੇ ਅਸੀਂ ਬਹੁਤ ਸਾਰੀਆਂ ਸਫਲਤਾਵਾਂ ਦੀਆਂ ਸਟੋਰੀਆਂ, ਅਮੇਜ਼ਿੰਗ ਮਤਲਬ ਹੈਰਾਨ ਕਰਨ ਵਾਲੀਆਂ ਸਟੋਰੀਆਂ ਸੁਣਦੇ ਹਾਂ, ਪਰ ਅਸੀਂ ਉਹਨਾਂ ਨੂੰ ਕਈ ਵਾਰੀ ਮੰਨਦੇ ਨਹੀਂ, ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਤਾਂ ਬੇਟਾ ਜਿਹੜੀਆਂ ਚੀਜ਼ਾਂ ਨੂੰ ਅਸੀਂ ਗਿਣ ਸਕੀਏ, ਦੇਖੋ ਇੱਥੇ ਅਮੇਜ਼ਿੰਗ ਸਕਸੈਸ ਸਟੋਰੀਜ਼, ਸਟੋਰੀਜ਼ ਤੋਂ ਕਲੀਅਰ ਹੋ ਜਾਂਦਾ ਹੈ ਕਿ ਅਸੀਂ ਇੱਥੇ ਕੀ ਪਾਵਾਂਗੇ, ਮੈਨੀ ਪਾਵਾਂਗੇ, ਬਿਕੋਜ਼ ਅਸੀਂ ਸਟੋਰੀਜ਼ ਨੂੰ ਗਿਣ ਸਕਦੇ ਹਾਂ। ਤਾਂ ਵੀ ਹੀਅਰ ਮੈਨੀ ਸਕਸੈਸ ਸਟੋਰੀਜ਼। ਮੱਚ ਆਮ ਤੌਰ 'ਤੇ ਉੱਥੇ ਆਉਂਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਮਿਣ ਸਕੀਏ, ਮਿਣਤੀ ਕਰ ਸਕੀਏ, ਪਰ ਇੱਥੇ ਗਿਣਤੀ ਵਾਲੀ ਗੱਲ ਆ ਗਈ ਤਾਂ ਮੈਨੀ ਆਏਗੀ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਐਕਸਰਸਾਈਜ਼ ਹੈ ਸਮਝ ਆ ਗਈ ਹੋਏਗੀ। ਇਸ ਦੀ ਤੁਸੀਂ ਆਪਣੀਆਂ ਪੱਕੀਆਂ ਨੋਟਬੁੱਕਸ 'ਤੇ ਇਸ ਨੂੰ ਚੰਗੀ ਤਰ੍ਹਾਂ ਕਰ ਲੈਣਾ ਹੈ ਅਤੇ ਉਸ ਦੀ ਮੈਨੂੰ ਪਿਕਸ ਭੇਜ ਦੇਣੀ ਹੈ। ਇਸ ਤੋਂ ਬਾਅਦ ਅਸੀਂ ਸੈਕਿੰਡ ਐਕਸਰਸਾਈਜ਼ ਕਰ ਰਹੇ ਹਾਂ ਜੀ, ਜਿਸ ਦੇ ਵਿੱਚ ਅਸੀਂ ਸੂਟੇਬਲ ਮਾਡਲ ਪਾਉਣਾ ਹੈ। ਮਾਡਲਸ ਅਸੀਂ 9th 10th 'ਚ ਵੀ ਪੜ੍ਹੇ ਹਾਂ, ਉਸ ਤੋਂ ਪਹਿਲਾਂ ਵੀ ਪੜ੍ਹੇ ਹਾਂ ਕਿ ਮਾਡਲਸ ਕੀ ਹੁੰਦੇ ਹੈ।
ਇਸੇ ਤਰ੍ਹਾਂ ਤੁਹਾਡੇ ਕੋਲੇ 5 ਸੈਂਟੈਂਸਿਸ ਹੈ ਜਿਸ ਦੇ ਵਿੱਚ ਦੋ ਦੋ ਮਾਡਲ ਦੇ ਰੱਖੇ ਹੈ, ਉਹਨਾਂ ਚੋਂ ਇੱਕ ਮਾਡਲ ਸਹੀ ਹੈ, ਦੂਜਾ ਮਾਡਲ ਗਲਤ ਹੈ। ਜਿਹੜਾ ਸਹੀ ਹੈ ਆਪਾਂ ਉਹਨੇ ਵਿੱਚ ਇਨਸਰਟ ਕਰਨਾ ਹੈ। ਤਾਂ ਮਾਡਲਸ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਕਿ ਮਾਡਲਸ ਹੁੰਦੇ ਕੀ ਹੈ। ਮਾਡਲਸ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਹੁਣ ਵੀ ਥੋੜਾ ਜਿਹਾ ਦੱਸ ਦੇਣਾ ਕਿ ਮਾਡਲਸ ਇੱਕ ਤਰ੍ਹਾਂ ਦੀਆਂ ਹੈਲਪਿੰਗ ਵਰਬਸ ਹੁੰਦੀਆਂ ਨੇ, ਲੇਕਿਨ ਇਹ ਸਿਰਫ ਹੈਲਪਿੰਗ ਵਰਬਸ ਦਾ ਕੰਮ ਨਹੀਂ ਕਰਦੀਆਂ, ਇਹ ਸੈਂਟੈਂਸ ਦਾ ਮੂਡ ਵੀ ਸੈੱਟ ਕਰਦੀਆਂ ਨੇ। ਕਿਵੇਂ? ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਕਿ ਵੀ ਸ਼ੁੱਡ respect our teachers। ਹੁਣ ਇਹ ਸੈਂਟੈਂਸ ਹੈ। ਹੁਣ ਇਸ ਦੇ ਵਿੱਚ ਤੁਸੀਂ ਦੇਖੋ ਤਾਂ ਮੇਨ ਵਰਬ ਸਾਡੀ ਰਿਸਪੈਕਟ ਹੈ, ਠੀਕ ਹੈ, ਸਾਨੂੰ ਆਪਣੇ ਟੀਚਰਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਲੇਕਿਨ ਜਿਹੜਾ ਸ਼ੁੱਡ ਹੈ ਇਹ ਇੱਕ ਤਰ੍ਹਾਂ ਦੀ ਹੈਲਪਿੰਗ ਵਰਬ ਹੈ, ਲੇਕਿਨ ਇਸ ਨੇ ਸ਼ੁੱਡ ਨਾਲ ਸਾਨੂੰ ਇੱਕ ਤਰ੍ਹਾਂ ਦੀ ਨਸੀਹਤ ਦੇਤੀ ਉਸਨੇ ਕਿ ਸਾਨੂੰ ਆਪਣੇ ਟੀਚਰਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਤਾਂ ਸ਼ੁੱਡ ਇੱਥੇ ਇੱਕ ਮਾਡਲ ਵਰਬ ਦਾ ਕੰਮ ਕਰ ਰਿਹਾ, ਬਿਕੋਜ਼ ਇਹ ਹੈਲਪਿੰਗ ਵਰਬ ਤਾਂ ਹੈ, ਲੇਕਿਨ ਇਹ ਸਾਨੂੰ ਨਸੀਹਤ ਵੀ ਦੇ ਰਿਹਾ। ਕਹਿਣ ਦਾ ਮਤਲਬ ਇਹ ਇੱਕ ਤਰ੍ਹਾਂ ਦੀ ਮਾਡਲ ਵਰਬ ਦਾ ਕੰਮ ਕਰ ਰਿਹਾ ਹੈ, ਸਾਨੂੰ ਨੈਤਿਕ ਸਿੱਖਿਆ ਦੇ ਰਿਹਾ ਹੈ। ਤਾਂ ਸਾਨੂੰ ਇਹ ਮਾਡਲ ਵਰਬਸ ਇਸੇ ਕਰਕੇ ਇਸ ਨੂੰ ਕਿਹਾ ਜਾਂਦਾ ਹੈ, ਬਿਕੋਜ਼ ਇਹਦੇ ਵਿੱਚ ਸਾਨੂੰ ਨਸੀਹਤ ਮਿਲਦੀ ਹੈ। ਤਾਂ ਇਹ ਸਾਰੀਆਂ ਮਾਡਲ ਵਰਬਸ ਹੈ, ਨੀਡ, ਮਸਟ, ਸ਼ੁੱਡ, ਔਟ, ਸ਼ੁੱਡ, ਵੁੱਡ, ਲੇਕਿਨ ਇਹਨਾਂ ਚੋਂ ਇੱਕ ਸਹੀ ਆਏਗੀ। ਅਸੀਂ ਹੁਣ ਦੇਖਦੇ ਹਾਂ ਕਿ ਪਹਿਲੀ ਹੈ ਜੀ, I didn't know who had a telco, I thought it dash be one of the Tatas, it must be one of the Tatas। ਠੀਕ ਹੈ ਜੀ, ਇਹ ਟਾਟਾਸ ਦੀ ਇੱਕ ਕੰਪਨੀ ਹੋਏਗੀ। ਟੈਲਕੋ ਬਾਰੇ ਗੱਲ ਕਰ ਰਿਹਾ ਹੈ, ਮਤਲਬ ਕਿ ਟੈਲਕੋ ਨੂੰ ਕੌਣ ਹੈਡ ਕਰਦਾ ਹੈ, ਕੌਣ ਇਸ ਦਾ ਚੀਫ ਹੈ, ਤਾਂ ਟਾਟਾ 'ਚ ਕੋਈ ਹੋਏਗਾ, ਤਾਂ ਮਸਟ ਆਏਗਾ ਜੀ ਇੱਥੇ। ਦ ਫਿਲਮ ਡੈਸ਼ ਟੂ ਬੀ ਅ ਗ੍ਰੇਟ ਸਕਸੈਸ, ਟੂ ਲੱਗਿਆ ਹੋਇਆ ਹੈ, ਜਿਵੇਂ ਮੈਂ ਤੁਹਾਨੂੰ ਉੱਪਰ ਦੱਸਿਆ ਸੀ ਆਫ ਲੱਗਿਆ ਹੁੰਦਾ, ਅੱਗੇ ਬਹੁਤ ਆ ਜਾਂਦਾ ਹੈ। ਤਾਂ ਮਾਡਲ ਵਰਬ ਜਿਹੜੀ ਔਟ ਹੈ, OUGHT, ਇਹ ਆਏਗੀ ਜੀ, ਬਿਕੋਜ਼ ਇਹਦੇ ਪਿੱਛੇ ਹੀ ਟੂ ਲੱਗਦਾ, ਹੋਰ ਕਿਸੇ ਮਾਡਲ ਵਰਬ ਦੇ ਪਿੱਛੇ ਟੂ ਨਹੀਂ ਲੱਗਦਾ। ਸ਼ਾਇਦ ਇੱਕ ਅੱਧੀ 'ਚ ਲੱਗਦਾ ਹੈ, ਔਟ ਦੇ ਜ਼ਿਆਦਾ ਚਾਂਸ ਹੈ। ਦਾ ਫਿਲਮ ਔਟ ਟੂ ਬੀ ਅ ਗ੍ਰੇਟ ਸਕਸੈਸ, ਇਹ ਇੱਕ ਮਾਡਲ ਵਰਬ ਹੈ ਜੀ। ਇਹਦਾ ਮਤਲਬ ਹੋਇਆ ਕਿ ਫਿਲਮ ਤਾਂ ਸਫਲ ਹੋਏਗੀ ਹੀ ਹੋਏਗੀ। ਥਰਡ ਹੈ ਜੀ, ਮਾਈ ਹੋਸਟਲ ਮੇਟਸ ਟੋਲਡ ਮੀ ਆਈ ਡੈਸ਼ ਯੂਜ਼ ਦੀ ਓਪਰਚੁਨਿਟੀ ਟੂ ਗੋ ਟੂ ਪੁਣੇ। ਤਾਂ ਮੇਰੇ ਹੋਸਟਲਸ ਦੇ ਨੇ ਮੈਨੂੰ ਕਿਹਾ ਕਿ ਮੈਨੂੰ ਪੁਣੇ ਜਾਣ ਦੀ ਓਪਰਚੁਨਿਟੀ ਯੂਜ਼ ਕਰਨੀ ਚਾਹੀਦੀ ਹੈ। ਨਸੀਹਤ ਅਸੀਂ ਮੈਂ ਪਹਿਲਾਂ ਹੀ ਤੁਹਾਨੂੰ ਸ਼ੁੱਡ ਬਾਰੇ ਦੱਸਿਆ, ਤੇ ਇੱਥੇ ਸ਼ੁੱਡ ਆਏਗਾ ਜੀ, ਬਿਕੋਜ਼ ਜਦੋਂ ਵੀ ਸਾਨੂੰ ਕੋਈ ਐਡਵਾਈਸ ਦਿੱਤੀ ਜਾਵੇ ਅਸੀਂ ਉੱਥੇ ਸ਼ੁੱਡ ਪਾਉਂਦੇ ਹਾਂ। ਉਸ ਤੋਂ ਬਾਅਦ ਫੋਰਥ ਹੈ ਜੀ ਸਾਡੇ ਕੋਲੇ, ਯੂ ਡੈਸ਼ ਨੈਵਰ ਹੈਵ ਬੀਨ ਪ੍ਰੀਟੀ, ਯੂ ਕੁਡ ਨੈਵਰ ਹੈਵ ਬੀਨ ਪ੍ਰੀਟੀ। ਠੀਕ ਹੈ ਜੀ। ਲਾਸਟ ਹੈ, you dash start somewhere, otherwise no woman will ever be able to work in your factories, you must start। ਤੁਹਾਨੂੰ ਕੁਛ ਨਾ ਕੁਛ ਸਟਾਰਟ ਕਰਨਾ ਪਏਗਾ ਕਿਤੇ ਨਾ ਕਿਤੇ, ਅਦਰਵਾਈਜ਼ ਕਦੇ ਵੀ ਵੂਮੈਨ ਤੁਹਾਡੀ ਫੈਕਟਰੀ 'ਚ ਕੰਮ ਨਹੀਂ ਕਰ ਪਾਏਗੀ। ਜਦੋਂ ਇਹ ਸੁਧਾ ਮੂਰਤੀ ਕਹਿੰਦੀ ਹੈ ਉਸ ਤਰ੍ਹਾਂ ਦੇ ਇਹ ਵਰਡਸ ਹੈ, ਯੂ ਮਸਟ ਸਟਾਰਟ ਸਮਵੇਅਰ। ਤਾਂ ਇਹ ਸਾਡੇ ਸੀ ਜੀ ਮਾਡਲਸ। ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਸਮਝ ਆ ਗਏ ਹੋਣਗੇ। ਸਾਰੇ ਮਾਡਲਸ ਤੁਸੀਂ ਆਪਣੀਆਂ ਪੱਕੀਆਂ ਕਾਪੀਆਂ ਦੇ ਉੱਪਰ ਉਤਾਰ ਲੈਣੇ ਤੇ ਇਹਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀ ਹੈ। ਤਾਂ ਅੱਜ ਅਸੀਂ 2 ਵੋਕੈਬਲਰੀ ਦੀਆਂ ਐਕਸਰਸਾਈਜ਼ ਕੀਤੀਆਂ ਤੇ 2 ਗ੍ਰਾਮਰ ਦੀ ਐਕਸਰਸਾਈਜ਼ ਕੀਤੀਆਂ। ਇਸ ਤੋਂ ਪਹਿਲਾਂ ਅਸੀਂ ਡਿਟਰਮੀਨਰਸ ਦੀ ਕੀਤੀ, ਹੁਣ ਸਾਰੇ ਮਾਡਲ ਦੀ ਕੀਤੀ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀਆਂ ਸਮਝ ਆ ਗਈਆਂ ਹੋਣਗੀਆਂ। ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਰਹਿੰਦਾ ਤਾਂ ਤੁਸੀਂ ਮੇਰੇ ਤੋਂ ਮੈਨੂੰ WhatsApp ਦੇ ਜ਼ਰੀਏ ਪੁੱਛ ਸਕਦੇ ਹੋ। ਮੈਂ ਨਾਲ ਦੀ ਨਾਲ ਤੁਹਾਨੂੰ ਉਹਦੇ ਆਨਸਰ ਜ਼ਰੂਰ ਦੇਵਾਂਗਾ। ਧੰਨਵਾਦ। ਹੈਵ ਅ ਨਾਈਸ ਡੇ।